सतनाम श्री वाहिगुरु साहिब जीओ। एक ओंकार सतनाम करता पुरख निरभउ निर्वैर अकाल मूरत अजूनी सैभंग गुर प्रसाद जप आद सच जुगाद सच है भी सच नानक होसी भी सच। वाहेगुरु 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 वाहे जी। जेता जियो पिंड सब तेरा तू अंतर जामी पुरख भगवान। दासन दास कहे जन नानक जिहा तू कराहे तिहा हों करी बखियान। दासन दास कहे जन नानक जिहा तू कराहे तिहा हों करी बखियान। सतनाम श्री वाहिगुरु साहिब जीओ। आसा महला चौथा तू करता सचियार मैंडा साई। जो तौ भावै सोई थीसी जो तू देह सोई हाँ पाई रहाओ। सब तेरी तू सबनी ध्याया जिसनू कृपा करे तिन नाम रतन पाया। गुरमुख लाधा मनमुख गवाया तुद आप बिछोड़िया आप मिलाया। तू दरियाओ सब तुझी माहे तुझ बिन दूजा कोई नाहे। जी जंत सब तेरा खेल विंजोग मिल विछड़िया संजोगी मेल। जिसनू तू जाना है सोई जन जानै हर गुण सद ही आख बखानै। जिन हर सेव्या तिन सुख पाया सहजे ही हर नाम समाया। तू आपे करता तेरा किया सब होए तुद बिन दूजा अवर न कोय। तू कर कर वेखै जानै सोय जन नानक गुरमुख प्रगट होय। तू कर कर वेखै जानै सोय जन नानक गुरमुख प्रगट होय। सतनाम श्री वाहिगुरु साहिब जीओ। परम सत्कारयोग सतगुरु सच्चे पातशाह जी की साजी नवाजी गुरु साध संगत जी। बहुत ही बड़े भागां वाले हाँ आपां सारे जो धन धन साहिब श्री गुरु ग्रंथ साहिब जी महाराज जी के पावन पवित्र बाणी सोदर दी जिन्हां दे अज आपां महाराज की कृपा सदका सतवें शब्द ते पहुंचे हैं। गुरु महाराज जी चौथे पातशाह जी का शब्द है। आओ प्यार नाल सरवण करिए ते देखिए महाराज साडे मन नूं की उपदेश बख्शिश करते हैं जी। आसा महला चौथा तू करता सचियार मैंडा साई। जो तौ भावै सोई थीसी जो तू देह सोई हाँ पाई रहाओ। ये शब्द धन धन साहिब श्री गुरु रामदास सच्चे पातशाह जी दे मुखार बिंद तो उच्चारण होया है। चौथे पातशाह इस शब्द नूं आसा राग दे विच गायन करदे। इस शब्द दे विच हुण शब्द वरत्या जा रहा रहाओ की पंक्ति है पहला ही कि तू करता सचियार मैडा साई। कि हुण जिस वेले आपां तू बोल रहे हैं कल आपां जिक्र किया सी कि इस गल का आपां ने ध्यान रखना है। जिस वेले आपां तू बोलना है उस वेले सब तो पहला अपने शरीर वाल जाना है।
ਅਸੀਂ ਹੋਰ ਕਿਸੇ ਵੀ ਰੱਬ ਦੀ ਬੰਦਗੀ ਨਹੀਂ ਕਰਦੇ, ਅਸੀਂ ਘੱਟ ਬੈਠੇ ਰੱਬ ਦੀ ਬੰਦਗੀ ਕਰਦੇ ਹਾਂ। ਇਹੀ ਸਿੱਖਣ ਵਾਸਤੇ ਗੁਰਦੁਆਰੇ ਆ ਜਾਂਦਾ ਤੇ ਇਹੀ ਸਿੱਖਣ ਵਾਸਤੇ ਅਸੀਂ ਸਿੱਖ ਬਣੇ। ਸੋ ਅਸੀਂ ਆਪਣੇ ਸਰੀਰ ਦੇ ਵਿੱਚ, ਆਪਣਾ ਸਰੀਰ ਹੈ, ਬੋਡੀ ਹੈ, ਇਹਦੇ ਵਿੱਚ ਇਹ ਆਪਣਾ ਮਨ ਹੈ, ਇਹ ਆਪਾਂ ਹਾਂ। ਮਨ ਇਹ ਰੱਬ ਹੈ ਆਪਣੇ ਅੰਦਰ, ਜਿਹੜੀ ਆਤਮਾ ਹੈ। ਆਤਮ ਦਿਓ ਪੂਜੀਏ, ਅਸੀਂ ਵੀ ਆਤਮਾ ਦੀ ਬੰਦਗੀ ਕਰਦੇ ਹਾਂ। ਇਹ ਬਾਣੀ ਆਤਮਿਕ ਗਿਆਨ ਹੈ। ਸੋ ਅਸੀਂ ਜਦੋਂ ਤੂੰ ਬੋਲਣਾ ਹੈ ਕਿ ਜੀਵਨ ਦੇ ਵਿੱਚ ਜਿੱਥੇ ਮੇਰੀ ਮੈਂ ਤੇਰੇ ਵਿੱਚ ਬੋਲਦੀ ਹੈ ਤੇ ਤੂੰ ਮੈਨੂੰ ਬੁਲਾਉਣਾ, ਉਸ ਭਾਵ ਦੇ ਨਾਲ ਅਸੀਂ ਤੂੰ ਬੋਲਣਾ। ਜਿਸ ਵੇਲੇ ਅਸੀਂ ਇੱਕ ਤਾਂ ਹੋ ਗਿਆ ਨਾ ਟਿੱਪੀ ਲਾ ਕੇ ਸ਼ਬਦ ਬੋਲ ਰਹੇ, ਜਿਹੜਾ ਆਪਾਂ ਇੱਕ ਬਿਨਾਂ ਟਿੱਪੀ ਤੋਂ ਸ਼ਬਦ ਬੋਲਣਾ, ਉਹ ਕਿਵੇਂ ਬੋਲਣਾ ਉਹ ਵੀ ਸੁਣ ਲਓ। ਕਿ ਜਿਸ ਵੇਲੇ ਮੈਂ ਤੂੰ ਬੋਲਾਂਗਾ, ਤੂੰ ਨਹੀਂ, ਤੂੰ ਬਿਨਾਂ ਟਿੱਪੀ ਤੋਂ, ਉਸ ਵੇਲੇ ਮੈਂ ਵੀ ਹਾਂ ਤੇ ਤੂੰ ਵੀ ਹੈ। ਧਿਆਨ ਇਸ ਭਾਵ ਦੇ ਨਾਲ ਸ਼ਬਦ ਬੋਲਣਾ। ਇਹ ਖਿਆਲ ਰੱਖਿਓ ਕਿ ਇਹ ਬਹੁਤ ਵੱਡਾ ਗੁਰ ਹੈ ਗੁਰਬਾਣੀ ਦੇ ਵਿੱਚ। ਜਦੋਂ ਬਾਣੀ ਗਾਉਂਦੇ ਆ ਤੇ ਕਿਉਂ ਗਾਉਂਦੇ ਆ, ਕਿਵੇਂ ਗਾਉਂਦੇ ਆ, ਸ਼ਬਦ ਨੂੰ ਬੋਲਦੇ ਆ, ਸਮਝ ਆਉਂਦੀ। ਤੇ ਇਹ ਅਸੀਂ ਗੱਲ ਵਿਚਾਰ ਕਰਨੀ ਹੈ ਕਿ ਜਿਹੜੀ ਬਾਣੀ ਇਹ ਆਈ ਹੈ, ਅੰਦਰੋਂ ਆਈ ਹੈ। ਜਿਹੜੇ ਵੀ ਮਹਾਂਪੁਰਖ ਹੋਏ ਹਨਾ, ਜਿਹੜੇ ਸੰਸਾਰ ਦੇ ਵਿੱਚ ਸੰਤ ਮਹਾਤਮਾ ਮਹਾਂਪੁਰਸ਼, ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਗੁਰੂ ਸਾਹਿਬਾਨ ਹੋਏ ਹਨਾ, ਪਾਤਸ਼ਾਹੀਆਂ ਹੋਈਆਂ, ਜਿਤਨੇ ਵੀ ਭਗਤ ਹੋਏ, ਕਹਿੰਦੇ ਉਹਨਾਂ ਨੇ ਆਪਣੇ ਇਸ ਸਰੀਰ ਦੇ ਵਿੱਚ ਜਿਹੜਾ ਮਨ ਸੀ ਨਾ, ਉਹ ਸਨ। ਉਹਨਾਂ ਦੇ ਵਿੱਚ ਜਿਹੜਾ ਰੱਬ ਜੀ ਵਸਦਾ ਸੀ, ਉਹਨਾਂ ਨੂੰ ਸੁਣਿਆ, ਉਹਨਾਂ ਦੇ ਸ਼ਬਦਾਂ ਰਾਹੀਂ ਫਿਰ ਉਸੇ ਰੱਬ ਨੂੰ ਗਾਇਆ। ਧਿਆਨ ਰੱਖ। ਹੁਣ ਇਹ ਪਹਿਲਾਂ ਫਾਰਮੂਲਾ ਸਮਝਣਾ, ਇਹ ਜੁਗਤ ਸਮਝਣੀ ਕਿ ਜਦੋਂ ਅਸੀਂ ਇਹ ਜਾਣਦੇ ਹਾਂ ਕਿ ਤੂੰ, ਉਹਦਾ ਅਰਥ ਹੈ ਕਿ ਜੇ ਕੁਛ ਹੈ, ਸਭ ਕੁਛ ਹੈ, ਇਹ ਸਭ ਤੂੰ ਆਪ ਹੈ। ਤੂੰ ਆਪ ਬਣਾਇਆ, ਸਾਡਾ ਬਣਾਇਆ ਕੁਛ ਨਹੀਂ ਇਹਦੇ 'ਚ। ਧਿਆਨ ਰੱਖ, ਆਪਣਾ ਸਰੀਰ ਦੇ ਵਿੱਚ ਬਣਾਇਆ ਕੁਝ ਨਹੀਂ ਹੈ, ਨਾ ਆਪਾਂ ਬਣਾਉਂਦੇ ਹਾਂ ਤੇ ਨਾ ਚਲਾਉਂਦੇ ਹਾਂ। ਤੇ ਤੂੰ ਇਹਨੂੰ ਕਹਿਣਾ ਅੱਛੇ ਤਰੀਕੇ ਨਾਲ ਕਹਿ ਸਿੱਖਣ ਵਾਸਤੇ ਧਿਆਨ ਰੱਖਿਓ, ਆਪਣੇ ਆਪ ਨੂੰ ਮੈਂ ਕਹਿਣਾ, ਫਿਰ ਇਹਨੂੰ ਤੂੰ ਕਹਿਣਾ ਬਿਨਾਂ ਟਿੱਪੀ ਤੋਂ। ਤੇ ਅਸੀਂ ਕਹਿਣਾ ਜੇ ਮੈਂ ਜਿਉਂਦਾ ਜੀ, ਮੈਂ ਸਵਾਸ ਲੈਣਾ ਕਿਉਂਕਿ ਤੂੰ ਦਿੰਦਾ, ਟਿੱਪੀ ਨਹੀਂ ਲਾ ਰਹੇ ਸੀ। ਧਿਆਨ। ਪਰ ਸਾਰੇ ਸੰਸਾਰ ਨੂੰ ਚਲਾਉਣ ਵਾਲਾ ਤੂੰ ਆਪ ਹੈ, ਯਾਨੀ ਸਾਰੀ ਸ੍ਰਿਸ਼ਟੀ ਦਾ ਕਰਤਾ ਤੂੰ ਆਪ ਹੈ, ਚਲਾਉਣ ਵਾਲਾ ਤੂੰ ਆਪ, ਦੇ ਤੋਂ ਟਿੱਪੀ ਲਾ ਕੇ ਬੋਲ ਰਿਹਾ। ਧਿਆਨ। ਹੁਣ ਆਪਾਂ ਸ਼ਬਦ ਗਾ ਰਹੇ ਹਾਂ ਕਿ ਘੱਟ ਬੈਠੇ ਰੱਬ ਨੂੰ ਬੋਲਣਾ ਹੈ ਕਿ ਤੂੰ ਕਰਤਾ ਸਾਰੀ ਸ੍ਰਿਸ਼ਟੀ ਦਾ, ਤੂੰ ਆਪ ਕਰਤਾ ਹੈ। ਪਹਿਲਾਂ ਤਾਂ ਮੇਰਾ ਜਿਹੜਾ ਸਰੀਰ ਹੈ ਇਹ ਸ੍ਰਿਸ਼ਟੀ ਦਾ ਇੱਕ ਛੋਟਾ ਜਿਹਾ ਸਰੂਪ ਹੈ ਨਾ, ਮਿਨੀਚਰ ਫਾਰਮ ਹੈ ਸਾਰੇ ਇਸ ਬ੍ਰਹਿਮੰਡ ਦਾ। ਤਾਂ ਅਸੀਂ ਜਿਸ ਵੇਲੇ ਤੂੰ ਸ਼ਬਦ ਵਰਤ ਰਹੇ ਹਾਂ ਤੇ ਘੱਟ ਬੈਠੇ ਰੱਬ ਨੂੰ ਕਹਿ ਰਹੇ ਹਾਂ ਕਿ ਕਰਤਾ ਇਹ ਕਰਤਾ ਹੈ, ਆਪਾਂ ਕਰਤੇ ਨਹੀਂ ਹਾਂ। ਇਹ ਸਚਿਆਰ ਹੈ। ਜਦੋਂ ਆਪਾਂ ਕਹਿੰਦੇ ਪਹਿਲੀ ਪੌੜੀ ਪੜ੍ਹੀ ਸੀਗੀ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਫਿਰ ਉਹਦਾ ਆਪਾਂ ਨੂੰ ਉੱਤਰ ਦਿੱਤਾ ਸੀ, ਮਹਾਰਾਜ ਨੇ ਦਿੱਤਾ ਸੀ ਬਾਣੀ 'ਚ। ਕਹਿੰਦੇ ਨਾਨਕ ਇਹ ਵੈ ਜਾਣੀਏ ਸਭ ਆਪੇ ਸਚਿਆਰ, ਰੱਬ ਆਪ ਹੀ ਸਚਿਆਰਾ ਹੈ। ਐਸਾ ਆਪਾਂ ਨੇ ਪੜ੍ਹਿਆ ਸੀ ਪਿੱਛੇ। ਸੋ ਹੁਣ ਆਪਾਂ ਇੱਥੇ ਵਿਚਾਰ ਕਰ ਰਹੇ ਹਾਂ ਕਿ ਸਚਿਆਰ ਜੇ ਹੈ ਤੇ ਤੂੰ ਕਰਤਾ ਹੈ। ਤੂੰ ਸਾਰੀ ਸ੍ਰਿਸ਼ਟੀ ਨੂੰ ਬਣਾ ਰਿਹਾ ਤੇ ਸਾਰਿਆਂ ਦਾ ਕਰਤਾ ਹੈ ਤੇ ਤੂੰ ਹੀ ਸਚਿਆਰ ਹੈ। ਤੂੰ ਮੈਡਾ ਸਾਈਂ ਮੇਰਾ, ਤੂੰ ਸਾਈਂ ਹੈ। ਸਾਈਂ ਦਾ ਅਰਥ ਹੈ ਮੇਰਾ ਮਾਲਕ ਹੈ, ਮੇਰਾ ਖਾਸਮ ਹੈ, ਕਿਉਂਕਿ ਤੂੰ ਪੁਰਖ ਹੈ, ਅਸੀਂ ਜੀਵ ਰੂਪੀ ਇਸਤਰੀਆਂ ਹਾਂ। ਧਿਆਨ ਰੱਖ। ਹੁਣ ਇਸੇ ਲਾਈਨ ਨੂੰ ਸਮਝ ਕੇ ਇਸ ਭਾਵ ਨਾਲ ਪੜ੍ਹਾਂਗੇ, ਫਿਰ ਅੱਗੇ ਬਾਣੀ ਸਮਝ ਆਏਗੀ। ਅੱਗੇ ਬਾਣੀ ਵਿਸ਼ੇਸ਼ ਤੌਰ 'ਤੇ ਜਿਹੜੀ ਮਹਾਰਾਜ ਨੇ ਜਿਹੜੇ 9 ਸ਼ਬਦ ਕੱਢ ਕੇ ਸੋਦਰ 'ਚ ਰੱਖੇ ਨੇ, ਇਹ ਰਾਗਾਂ ਵਿੱਚ ਵੀ ਨੇ ਸ਼ਬਦ, ਉਹਨਾਂ 'ਚ ਥੋੜ੍ਹਾ ਫਰਕ ਹੈ। ਉਹਨਾਂ ਸ਼ਬਦਾਂ ਦਾ ਆਪਾਂ ਅਖੀਰ 'ਚ ਵਿਚਾਰਾਂਗੇ। ਪਰ ਇੱਥੇ ਖਿਆਲ ਰੱਖਣਾ ਕਿ ਮਹਾਰਾਜ ਵਿਸ਼ੇਸ਼ ਤੌਰ 'ਤੇ ਸ਼ਬਦ ਅੱਗੇ ਮੂਹਰੇ ਇਸ ਵਾਸਤੇ ਰੱਖੇ ਨੇ। ਜਪਜੀ ਸਾਹਿਬ ਤੋਂ ਬਾਅਦ ਇਹ 9 ਸ਼ਬਦ ਤੇ ਫਿਰ 5 ਸ਼ਬਦ ਜਿਹੜੇ ਸੋਦਰ ਦੇ ਨੇ, ਉਹ ਵਿਸ਼ੇਸ਼ ਤੌਰ 'ਤੇ ਇਸ ਵਾਸਤੇ ਰੱਖੇ ਨੇ ਕਿ ਇਹਨਾਂ ਨੂੰ ਜਿਸ ਵੇਲੇ ਆਪਾਂ ਪੜ੍ਹਾਂਗੇ, ਵਿਚਾਰ ਕੇ ਪੜ੍ਹਾਂਗੇ, ਫਿਰ ਬਾਣੀ ਅੱਗੇ ਸਮਝ ਆਉਣ ਲੱਗੇਗੀ, ਸਮਝੀ ਜਾਏਗੀ। ਸੋ ਮਹਾਰਾਜ ਕਹਿੰਦੇ ਹਨ ਭਾਈ ਕਿ ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਭਾਵ ਹੈ, ਜੋ ਤੁਹਾਨੂੰ ਪਾਉਂਦਾ, ਸੋਈ ਥੀਸੀ ਉਹੀ ਹੁੰਦਾ, ਜੋ ਤੂੰ ਦੇਹ ਸੋਈ ਹਾਂ ਪਾਈ,
ਉਹੀ ਮੈਨੂੰ ਪ੍ਰਾਪਤ ਹੁੰਦਾ ਹੈ। ਕਿੰਨੇ ਭਾਵ ਦੇ ਨਾਲ, ਯਾਨੀ ਇਸ ਵਿਸ਼ਵਾਸ ਨਾਲ ਅਸੀਂ ਤੂੰ ਕਹਿ ਰਹੇ ਹਾਂ। ਜਿਵੇਂ ਅਸੀਂ ਨਿਰੰਜਨ ਸਰੂਪ ਨੂੰ ਕਹਿ ਰਹੇ ਹਾਂ, ਅੰਜਨ ਮਾਇਆ ਨੂੰ ਕਹਿ ਰਹੇ ਹਾਂ ਕਿ ਮਾਇਆ ਇਹ ਸਾਰੀ ਮਾਇਆ ਹੈ, ਇਸ ਮਾਇਆ ਨੂੰ ਚਲਾਉਣ ਵਾਲਾ ਤੂੰ ਹੈ, ਹੈ। ਤੇ ਅਸੀਂ ਕਹਿੰਦੇ ਇਹ ਅੰਜਨ ਹੈ ਤੇ ਇਹਨੂੰ ਚਲਾ ਬਣਾਉਣ ਵਾਲਾ ਤੇ ਚਲਾਉਣ ਵਾਲਾ ਤੂੰ ਆਪ, ਤੇ ਅਸੀਂ ਫਿਰ ਨਿਰੰਜਨ ਕਹਾਂਗੇ। ਕੀ ਕਹਾਂਗੇ? ਨਿਰੰਜਨ। ਯਾਨੀ ਇਸੇ ਸਰੀਰ ਦੇ ਵਿੱਚ ਤੂੰ ਜਿਸ ਵੇਲੇ ਪਾਵਾਂਗੇ, ਅਸੀਂ ਟਿੱਪੀ ਲਾ ਕੇ ਬੋਲਾਂ, ਫਿਰ ਅਸੀਂ ਕਹਾਂਗੇ ਤੂੰ, ਉਸ ਵੇਲੇ ਅਸੀਂ ਨਿਰੰਜਨ ਸਰੂਪ ਨੂੰ ਤੂੰ ਕਹਿ ਰਹੇ ਹਾਂ। ਧਿਆਨ ਰੱਖਣਾ। ਇਸ ਭਾਵ ਦੇ ਨਾਲ ਬਾਣੀ ਪੜ੍ਹਨੀ। ਪਹਿਲਾਂ ਮਨ ਨੂੰ ਸਮਝਾਉਣਾ ਕਿ ਭਾਈ ਆਹ ਸਰੀਰ ਹੈ, ਇੱਕ ਦਿਨ ਆਪਾਂ ਨੇ ਸਰੀਰ ਛੱਡ ਜਾਣਾ ਹੈ, ਆਪਾਂ ਨੇ ਸਰੀਰ ਛੱਡ ਜਾਣਾ ਹੈ ਤੇ ਇਹਦੇ ਹੁਕਮ ਨਾਲ ਛੱਡਣਾ ਹੈ। ਇਹਦੇ ਹੁਕਮ ਨੂੰ ਪਹਿਲਾਂ ਤੋਂ ਆਪਾਂ ਜੇ ਸੁਣਦੇ ਜਾਵਾਂਗੇ, ਮੰਨਣ ਲੱਗ ਜਾਵਾਂਗੇ, ਫਿਰ ਆਪਾਂ ਨੂੰ ਇਹਨਾਂ ਦਾ ਹੁਕਮ ਸਮਝ ਆਉਣ ਲੱਗ ਜਾਏਗਾ। ਰੱਬ ਦਾ ਹੁਕਮ ਸਮਝ ਆਉਣ ਲੱਗ ਜਾਏਗਾ। ਰੱਬ ਦਾ ਹੁਕਮ ਜਿਸ ਵੇਲੇ ਸਮਝ ਆਊਗਾ ਤੇ ਸਰੀਰ ਕਦੋਂ ਛੱਡਣਾ, ਫਿਰ ਆਪਾਂ ਨੂੰ ਰੱਬ ਜੀ ਪਹਿਲਾਂ ਹੀ ਦੱਸਣਗੇ। ਆਪਾਂ ਆਰਾਮ ਕਰੀ ਸਦ ਪਹਿਲਾਂ ਉਸ ਸ਼ਬਦ ਦੇ ਵਿਚਾਰ ਕੀਤੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹੀ ਭਾਈ ਸੁੰਦਰ ਜੀ ਦੀ ਬਾਣੀ, ਹੈ ਨਾ, ਕਿ ਕਿਵੇਂ ਮਹਾਰਾਜ ਨੂੰ ਪਹਿਲਾਂ ਅਕਾਲ ਪੁਰਖ ਘੱਟ ਬੈਠੇ ਮਾਰਗ ਦਾ ਸੁਨੇਹਾ ਆਇਆ ਕਿ ਭਾਈ ਹੁਣ ਤੁਹਾਡਾ ਪਰਵਾਨਾ ਆ ਗਿਆ, ਹੈ ਨਾ, ਜਾਣਾ ਤੁਸੀਂ। ਤੇ ਮਹਾਰਾਜ ਨੇ ਆਪਣਾ ਪਰਿਵਾਰ ਸੱਦ ਲਿਆ, ਫਿਰ ਉਹਨਾਂ ਨੂੰ ਜੋ ਹੁਕਮ ਕੀਤਾ ਆਪਾਂ ਨੇ ਸਭ ਸੁਣਿਆ ਸੀ। ਹੁਣ ਆਪਾਂ ਇੱਥੇ ਵਿਚਾਰ ਕਰੋ ਕਿ ਰੱਬ ਦਾ ਹੁਕਮ ਸੁਣਨਾ ਮੰਨਣਾ ਇਹ ਸਿੱਖ ਦਾ ਕੰਮ ਹੈ। ਅਸੀਂ ਸੰਸਾਰ ਦੇ ਵਿੱਚ ਜਿਹੜਾ ਜਨਮ ਲਿਆ ਤੇ ਮਹਾਰਾਜ ਨੇ ਸਾਨੂੰ ਜਿਹੜੀ ਬਾਣੀ ਭੇਜੀ ਹੈ, ਇਸ ਵਾਸਤੇ ਭੇਜੀ ਹੈ ਕਿ ਆਇਓ ਸੁਣਨ ਪੜਨ ਕੋ ਬਾਣੀ। ਅਸੀਂ ਘੱਟ ਬੈਠੇ ਰੱਬ ਦੀ ਬਾਣੀ ਨੂੰ ਪਹਿਲਾਂ ਸੁਣਨ ਲੱਗ ਜਾਈਏ, ਉਹਨੂੰ ਪੜ੍ਹਦੇ ਹਾਂ। ਜਦੋਂ ਅਸੀਂ ਪੜ੍ਹਦੇ ਹਾਂ ਤੇ ਸੁਣਨਾ ਜ਼ਰੂਰੀ ਹੈ। ਅਸੀਂ ਕੀ ਕਰਦੇ ਹਾਂ? ਸੁਣਦੇ ਨਹੀਂ ਹਾਂ, ਪੜ੍ਹੀ ਜਾ ਰਹੇ। ਧਿਆਨ ਰੱਖ, ਸੁਣਨ ਦੇ ਤੇ ਜ਼ੋਰ ਹੀ ਨਹੀਂ ਹੈ ਸਾਡਾ। ਤਾਂ ਸੁਣਨਾ ਸਮਝਣ ਦੇ ਨਾਲ ਟਿਕਿਆ ਹੋਇਆ ਭਾਈ। ਜਿਹੜੀ ਗੱਲ ਸਮਝ ਆਈ ਹੈ ਅਸੀਂ ਕਹਿੰਦੇ ਸਾਨੂੰ ਸੁਣਾਈ ਦਿੱਤੀ ਹੈ, ਸਾਨੂੰ ਸਮਝ ਆ ਗਈ, ਹੈ ਨਾ। ਸੋ ਮਹਾਰਾਜ ਕਹਿੰਦੇ ਹਨ ਭਾਈ ਇਸ ਭਾਵ ਦੇ ਨਾਲ ਸਾਰੀ ਜਿਹੜੀ ਖੇਡ ਹੈ ਆਪਣੇ ਸਰੀਰ ਦੇ ਵਿੱਚ ਹੀ ਖੇਡੀ ਜਾਣੀ ਹੈ। ਤੇ ਫਿਰ ਐਸੇ ਸਰੀਰ ਦੇ ਵਿੱਚ ਜੋ ਖੇਡੀ ਜਾ ਰਹੀ ਹੈ, ਇਸ ਤਰ੍ਹਾਂ ਹਰੇਕ ਸਰੀਰ ਦੇ ਵਿੱਚ ਖੇਡੀ ਜਾ ਰਹੀ ਹੈ, ਇਹ ਆਪਾਂ ਨੂੰ ਸਮਝ ਆਉਣੀ, ਇਹ ਤਾਂ ਸਮਝ ਆਉਣੀ। ਸੋ ਮਹਾਰਾਜ ਕਹਿੰਦੇ ਭਾਈ ਜਦੋਂ ਬਾਣੀ ਪੜ੍ਹੋ, ਆਪਣੇ ਮਨ ਰਾਹੀਂ ਘੱਟ ਬੈਠੇ ਰੱਬ ਨੂੰ ਜਿਹੜਾ ਆਵਾਜ਼ ਦੇ ਰਿਹਾ ਉਹਨੂੰ ਆਵਾਜ਼ ਦੇਣੀ। ਜਿਵੇਂ ਹੁਣ ਮੇਰੇ ਅੰਦਰ ਆਵਾਜ਼ ਆ ਰਹੀ ਹੈ ਕਿ ਮੈਂ ਬੋਲ ਰਿਹਾ, ਮੈਂ, ਹੈ ਨਾ, ਆ ਜਿਹੜੀ ਮੇਰੀ ਮੈਂ ਬੋਲੀ ਜਾ ਰਹੀ ਹੈ ਆਵਾਜ਼ ਰਾਹੀਂ ਇਹ ਸਰੀਰ ਵਿੱਚੋਂ, ਇਹ ਮੈਂ ਵੀ ਜਿਹੜੀ ਮੈਂ ਬੋਲ ਰਿਹਾ, ਮੈਂ ਤਾਂ ਬੋਲ ਰਿਹਾ ਕਿਉਂਕਿ ਤੂੰ ਬੁਲਾ ਰਿਹਾ, ਤੂੰ ਆਵਾਜ਼ ਦੇ ਰਿਹਾ, ਤਾਂ ਮੈਂ ਕਹਿ ਪਾ ਰਿਹਾ। ਇਸ ਭਾਵ ਦੇ ਨਾਲ ਸਿੱਖ ਨੇ ਬਾਣੀ ਪੜ੍ਹਨੀ ਸਿੱਖਣੀ ਹੈ। ਇਹ ਸਾਡੀ ਆਰੰਭਤਾ ਹੈ। ਇਸ ਤਰ੍ਹਾਂ ਆਪਾਂ ਨੇ ਸਿੱਖ ਨੇ, ਜਿਹੜਾ ਸਿੱਖ ਦੇ ਘਰ ਦੇ ਵਿੱਚ ਰਹਿ ਕੇ ਬਾਣੀ ਸਿੱਖਦਾ ਹੈ, ਉਹ ਫਿਰ ਇਸ ਤਰ੍ਹਾਂ ਸਿੱਖਦਾ। ਸੋ ਮਹਾਰਾਜ ਕਹਿੰਦੇ ਭਾਈ ਜੋ ਤੈਨੂੰ ਪਾਉਂਦਾ ਹੈ ਮੇਰੇ ਮਾਲਕ, ਉਹੀ ਇਸ ਮੇਰੇ ਅੰਦਰ ਹੁੰਦਾ ਹੈ, ਮੇਰੇ ਵਾਸਤੇ ਹੁੰਦਾ ਹੈ। ਤੇ ਜੋ ਤੂੰ ਦਿੰਦਾ ਮੈਂ ਉਹੀ ਮੈਂ ਪਾਉਣਾ, ਹੈ ਨਾ, ਉਹੀ ਮੈਨੂੰ ਪ੍ਰਾਪਤ ਹੋਇਆ। ਤੈਂ ਮੈਨੂੰ ਅੱਖਾਂ ਦਿੱਤੀਆਂ, ਮੈਨੂੰ ਅੱਖਾਂ ਮਿਲੀਆਂ। ਤੈਂ ਮੈਨੂੰ ਸੋਝੀ ਦਿੱਤੀ ਤੇ ਸੋਝੀ ਆਊਗੀ, ਹੈ ਨਾ। ਜੋ ਵੀ ਮੈਨੂੰ ਕੁਛ ਮਿਲ ਰਿਹਾ ਹੈ ਉਹ ਤੇਰਾ ਦਿੱਤਾ ਹੈ। ਐਸਾ ਭਾਵ ਦੇ ਨਾਲ ਸਿੱਖ ਨੇ ਦ੍ਰਿੜ ਕਰਨਾ ਆਪਣੇ ਮਨ ਵਿੱਚ। ਸੋ ਆਪਾਂ ਫੇਰ ਸ਼ਬਦ ਨੂੰ ਪੜ੍ਹ ਰਹੇ ਹਾਂ ਕਿ ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਾਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ। ਸਾਰੀ ਸ੍ਰਿਸ਼ਟੀ ਤੇਰੀ ਹੈ, ਸਾਰੀ ਜੀਵਨ ਦੀ ਕਿਰਿਆ ਤੇਰੀ ਹੈ ਤੇ ਤੈਨੂੰ ਸਾਰੇ ਹੀ ਧਿਆ ਰਹੇ। ਹੁਣ ਧਿਆਨ ਦਾ ਆਪਾਂ ਅਰਥ ਫੇਰ ਵਿਚਾਰ ਕਰਿਓ ਕਿ ਮੈਂ ਮਿਟ ਰਿਹਾ ਤੇ ਤੈਨੂੰ ਮੈਂ ਪਾ ਰਿਹਾ, ਉਹਨੂੰ ਧਿਆਉਣਾ ਕਹਿੰਦੇ। ਧਿਆਨ, ਮੇਰਾ ਮਿਟਣਾ ਤੈਨੂੰ ਪਾਉਣਾ ਹੈ। ਆਪ ਗਵਾਈਏ ਤਾਂ ਸਭ ਪਾਈਏ। ਮੇਰਾ ਮਿਟਣਾ ਆਪ ਜੀ ਨੂੰ, ਮਾਲਕ ਨੂੰ, ਘੱਟ ਬੈਠੇ ਮਾਲਕ ਨੂੰ ਪਾਉਣਾ ਹੈ। ਸੋ ਇਹੀ ਮੇਰੀ ਜੀਵਨ ਦੀ ਕਿਰਿਆ ਵਿੱਚ ਰੋਜ਼ ਕਿਰਿਆ ਚੱਲਦੀ ਰਹਿਣੀ ਚਾਹੀਦੀ ਹੈ ਕਿ ਕਿੰਨਾ ਕੁ ਮੈਂ ਮਿਟ ਰਿਹਾ ਤੇ ਕਿੰਨਾ ਕੁ ਰੱਬ ਨੂੰ ਪਾ ਰਿਹਾ। ਇਹ ਮੇਰਾ ਜੀਵਨ ਵਿੱਚ, ਇਹ ਮੇਰਾ ਲਾਹਾ ਹੈ। ਇਹ ਲਾਹਾ, ਇੱਕ ਖਟਣਾ ਆਪਾਂ ਨੇ ਵਣਜ ਕਰਨਾ ਹੈ। ਸੋ ਜੀਵਨ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ, ਕੰਮ ਕਰਦਿਆਂ ਹੈ ਇਸ ਘੱਟ ਬੈਠੇ ਰੱਬ ਨੂੰ ਪਾਉਣਾ, ਆਪਣੇ ਆਪ ਨੂੰ ਮਿਟਾਉਣਾ, ਘੱਟ ਬੈਠੇ ਰੱਬ ਨੂੰ ਪਾਉਣਾ, ਇਹਨੂੰ ਧਿਆਉਣਾ ਕਹਿ ਰਹੇ ਸੀ। ਧਿਆਈ ਜਾਣਾ, ਧਿਆਈ ਜਾਣਾ, ਧਿਆਈ ਜਾਣਾ, ਆਪਣੇ ਆਪ ਨੂੰ ਮਿਟਾਈ ਜਾਣਾ, ਮਿਟਾਈ ਜਾਣਾ। ਸੋ ਕਹਿੰਦੇ ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਕਹਿੰਦੇ ਫਿਰ ਜਿਹਦੇ ਤੇ ਤੂੰ ਕਿਰਪਾ ਕਰਦਾ ਹੈ, ਤੇਰੇ ਚਰਨੀ ਇਲਾਕੇ ਜਿਹਨਾਂ ਨੂੰ ਬਖਸ਼ਿਸ਼ ਮਿਲਦੀ ਹੈ। ਪੈਰ ਚ ਰਾਰਾ ਹੈ, ਜੇ ਪੂਰਾ ਰਾਰਾ ਹੋਊਗਾ ਤਾਂ ਉਹਦਾ ਅਰਥ ਹੈ ਕਿ ਪੂਰਨ ਕਿਰਪਾ ਹੋਗੀ। ਜਿੱਥੇ ਉਹਦੇ ਪੈਰ ਚ ਰਾਰਾ ਹੈ ਉਹਦਾ ਅਰਥ ਹੈ ਕਿ ਉਹਦੇ ਚਰਨੀ ਇਲਾਕੇ ਬਖਸ਼ਿਸ਼ ਪ੍ਰਾਪਤ ਕਰਨਾ।
ਕਹਿੰਦੇ ਤਿੰਨ ਨਾਮ ਰਤਨ ਪਾਇਆ, ਕਹਿੰਦੇ ਉਹਨਾਂ ਨੇ ਹੀ ਆਪਣੇ ਅੰਦਰ ਨਾਮ ਰੂਪੀ ਰਤਨ ਪ੍ਰਾਪਤ ਕੀਤਾ। ਯਾਨੀ ਘੱਟ ਬੈਠੇ ਰੱਬ ਨੂੰ ਐਡਰੈਸ ਕਰਨ ਦੀ ਅਵਸਥਾ ਦਾ ਸੋਝੀ ਪ੍ਰਾਪਤ ਕੀਤੀ। ਇਹ ਬਹੁਤ ਵੱਡਾ ਅਮੁੱਲ ਰਤਨ ਹੈ ਕਿ ਘੱਟ ਬੈਠੇ ਰੱਬ ਨੂੰ ਐਡਰੈਸ ਕਰਨ ਲੱਗ ਜਾਏ ਮਨ, ਆਪਣੇ ਆਪ ਨੂੰ ਐਡਰੈਸ ਨਾ ਕਰੇ। ਹੁਣ ਇਸ ਵੇਲੇ ਵਰਤਮਾਨ ਵਿੱਚ ਆਪਣਾ ਪਤਾ ਕੀ ਹੋ ਰਿਹਾ ਹੈ, ਆਪਾਂ ਕੀ ਕਰ ਰਹੇ, ਆਪਣੇ ਆਪ ਨੂੰ ਐਡਰੈਸ ਕਰੀ ਜਾ ਰਹੇ, ਮੈਂ ਕੀਤਾ, ਮੈਂ ਕਰਕੇ ਆਇਆ, ਮੇਰਾ ਕੀਤਾ ਹੈ, ਐਂ ਕਰੀ ਜਾਣਾ। ਇਹਨੂੰ ਹਉਮੈ ਵਿੱਚ ਕਰਨਾ ਕਹਿੰਦੇ ਨੇ। ਸੋ ਆਪਣੇ ਆਪ ਨੂੰ ਅਸੀਂ ਕਰਤਾ ਬਣਾਈ ਜਾ ਰਹੇ ਹਾਂ, ਅਸੀਂ ਕਰਤੇ ਨੂੰ ਕਰਤਾ ਨਹੀਂ ਕਹਿ ਰਹੇ। ਧਿਆਨ ਰੱਖ। ਸੋ ਇਸ ਬਾਣੀ ਦੇ ਸ਼ਬਦ ਨੂੰ ਪੜ੍ਹਨ ਵਾਲਾ ਗੁਰਸਿੱਖ, ਆਪਾਂ ਤਾਂ ਰੋਜ਼ ਹੀ ਪੜ੍ਹਦੇ ਹਾਂ ਸੋਦਰ ਦੇ ਵਿੱਚ, ਪਰ ਫਿਰ ਵੀ ਸਾਡਾ ਮਨ ਨਾ ਵਿਚਾਰਨ ਕਰਕੇ ਆਪਣੇ ਆਪ ਨੂੰ ਕਰਤਾ ਸਮਝੀ ਬੈਠੇ। ਇਸ ਰੱਬ ਨੂੰ ਕਰਤਾ ਜਾਣਨਾ, ਇਹਦਾ ਨਾਮ ਲੈਣਾ, ਅਸੀਂ ਆਪਣਾ ਨਾਮ ਲਈ ਜਾ ਰਹੇ। ਸੋ ਜਿਵੇਂ ਅਸੀਂ ਆਪਣਾ ਨਾਮ ਲੈ ਰਹੇ ਹਾਂ, ਸਾਡਾ ਮਨ ਰੱਬ ਦਾ ਨਾਮ ਲੈਣ ਲੱਗ ਜਾਏ। ਰੱਬ ਦਾ ਨਾਮ ਤੂੰ ਵੀ ਰੱਬ ਦਾ ਨਾਮ ਹੈ। ਧਿਆਨ ਰੱਖ। कबीर तू करता तू हुआ, मुझ में रहा ना हूँ, जब आपा पर का मिट गया, जत देखा तत तू, है ना। फिर जिथे भी मैं देखा फिर तेनू देखदा, है ना। सो जे तू शब्द वरत रहे हो, आप शब्द वरत रहे हो, ये सारे शब्दों के उत्ते पहला जोर देना कि यह रब का नाम है जी। साडे दिमाग में ये गल समझ नहीं आ रही कि गुरबाणी जदों पढ़ रहे हैं तो असी जिस वे तू आ शब्द पढ़ रहे हैं, तू करता सचियार मैडा साई, जो तो भावै सोई थीसी, जो तू दे सोई हाँ पाई। असी साडे दिमाग च गल समझ नहीं आ रही कि असी नाम जप रहे हैं। गुरबाणी वरती जगंतर, इस बाणी ते हर नाम पाएंदा, इस बाणी तो ही हरेक च वसदे रब दा नाम प्राप्त हुंदा है, इसे तो नाम प्राप्त हुंदा है। सो रब दा कोई नाम नहीं है, पहली गल समझना जी। सारे नाम जो दुनिया दे विच लिते जाते हैं रब के प्रति, वो घट बैठे रब के प्रति ही नाम हैं। यही रब है जो हमेशा जग विच रहिंदा है। सो रब बंदियां विचों ही आउंदा है। ध्यान रखना, बंदियां विचों ही आउंदा है, हरेक विचों ही आउंदा है। सो सतगुर सच्चे पातशाह रब की मर्जी है, वो जिवें मर्जी आवे, पर दिमाग विच गल बिछा के रखनी है कि रब बंदियां विचों ही आउंदा है। सो ख्याल करियो कि आए अपने घट बैठे रब नूं संबोधन करना, संबोधन करना। जिहड़ा ऐसा बाणी राही बोलन लग जाए, पहला तो बाणी राही समझना कि असीं नाम जप रहे हैं, फिर इस तरह बोलन लग जाए, तू करन लग जाए, समझ नाम जपन लग गए, है ना। इस जीवन की अवस्था नूं प्राप्त करना जी, क्योंकि रब का कोई नाम नहीं है। महाराज कहते नाम है अनाम है ना। रब का कोई नाम नहीं, पर जितने नाम ने वो सब तेरे नाम ने। तेरे नाम अनेका, रूप अनंता, कहन ना जाए तेरे गुण केते। मेरे मारक तेरे गुणों का भी वर्णन नहीं किया जा सकता। किसी भी बंदे च कोई गुण आ रहा है तो रब का गुण है, ऐसा जानना ही भगती है। सो आप इत्थे इस गल में विचार करियो कि तू कहना भी रब का नाम जपना जी, बाणी पढ़नी भी रब का नाम जपना, बाणी वांगू बोलन लग जाना, यह रब का नाम जपन लग जाना है। ऐसे आपां ने नाम नूं ध्याना है। सो जीवन दे विच सच्चे पातशाह सानूं समझाउणा करदे ने कि जिहड़े घट बैठे मालक ने अपने अंदर, कहने आए सब दे विच वरत रहे ने, सब दे विचों उसे रब दा कीता हो रहा है। सो इत्थे आपां थोड़ी जी गल तुहानूं दास इत्थे एक नक्शे नाल समझाउण दी कोशिश करेगा कि महाराज कहंदे भाई शब्दां दे नाल जो कर्म करदे आ ना, आपां घट बैठे मालक नूं संबोधन करना, की कर्म करदे आ, नाम जपना नहीं है। देखो जो कर्म करते हैं, जो शब्दां राही आप कह माल तू करा रहे हैं, तेरा कीता हो रहा है ना, ये रब का नाम जपना नहीं है। इनू समझना कि जीवन दे विच समझो आ अपना शरीर है खाकी रंग का, ये जोत है रब की। तो जदों आपां शब्दां नाल कर्म करते हैं, घट बैठे मालिक नूं संबोधन करते हैं, करन लगदे हैं कि मालिक तू करा रहा है, तेरा कीता हो रहा है। जिवें अपना शब्द अंदर घट बैठे रब नूं संबोधन कर रहे हैं, है ना, अंदर एरो जा रहे हैं, वो घट बैठे रब नूं संबोधन करते, फिर वो मालक का स्वरूप वधदा है, अपना आपा मिटदा जाता है। जिन्ना आपां तेरा कीता तू करा रहा है, तेरा कर तू कर, इत्थों बिना होर नहीं कोई कर सकता। जो आए कही जावांगे, आए अंदर ख्याल वधदा जाना है, तो वो नहीं छा जाना, आपा मिट जाना।
ऐसी मुक्ति ਨੂੰ ਪ੍ਰਾਪਤ ਕਰਨਾ। ਕਹਿੰਦੇ ਭਾਈ ਐਸੀ ਅਵਸਥਾ ਕਹਿੰਦੇ ਨਿਰੰਕਾਰ आकार आप निर्गुण सरगुण एक एक है एक बखानो नानक एक अनेक। फिर यही एक रब इस तरह हरेक विच वरतदा नजर आएगा कहते ऐसा बोलन दे नाल महाराज कहते हैं भाई निरंकार मैं आकार समावै जिहड़े अपने जीवन की अवस्था है आए बाणी दे राही कहते उस विच समा जाती है भाई समा जाती। सो सतगुरु सच्चे पातशाह दा आपां इत्थे शब्द पढ़ रहे हैं कहते भाई जिसनों कृपा करे ते नाम रतन पाया जिन्ना उत्ते मेरे मालिक तू आप कृपा करदा जो तेरे चरनी लगदे शब्दां राही कहते वो फिर इस तरह नाम इस तरह संबोधन करन लग जाते हैं। ऐसी संबोधन करन दी अवस्था घट बैठे मालिक नूं प्राप्त कर लैंदे हन। गुरमुख नाथा मन मुख गवाया हुण दो ही रास्ते ने गुरु दे गुर वल मुख रखना असीं उहनूं गुरमुख कहांगे। महाराज कहते भाई मनमुख ਉਹਨੂੰ ਕਹਾਂਗੇ ਜਿਹੜਾ ਮਨ ਵੱਲ ਮੁਖ ਰੱਖ ਕੇ ਤੁਰ ਰਿਹਾ ਜਿਹੜਾ ਆਪਣੇ ਵੱਲ ਮੁਖ ਰੱਖ ਕੇ ਤੁਰ ਰਿਹਾ ਉਹ ਮਨਮੁਖ ਹੈ। ਜਿਹੜਾ ਗੁਰੂ ਦੇ ਗੁਰ ਵੱਲ ਮੁਖ ਰੱਖਦਾ ਇਹਨੂੰ ਆਪਾਂ ਐ ਸਮਝੋ ਗੁਰੂ ਜੋ ਸਾਨੂੰ ਗੁਰ ਦੇ ਰਹੇ ਹੈ ਨਾ। ਸੋ ਗੁਰ ਵੱਲ ਮੁਖ ਰੱਖਣਾ ਉਹਨੂੰ ਗੁਰਮੁਖ ਕਹਾਂਗੇ। ਯਾਨੀ ਬਾਣੀ ਜੋ ਸਾਨੂੰ ਗੁਰ ਦੇ ਰਹੀ ਹੈ ਜੁਗਤ ਦੱਸ ਰਹੀ ਹੈ ਉਹਦੇ ਵੱਲ ਆਪਣੇ ਮਨ ਦਾ ਧਿਆਨ ਲਾਉਣਾ। ਇਹ ਫਿਰ ਇਹਦੇ ਬਾਰੇ ਦੱਸ ਰਹੀ ਕਿਉਂਕਿ ਬਾਣੀ ਇਹਦੇ ਘਰੋਂ ਆਈ ਹੋਈ ਹੈ घट बैठे रब के घरों बाणी आई हुई है ये जुगत दिंदी है ताकि साडा मन इस जुगत राही बाणी दे कहते घट बैठे रब नूं प्राप्त करे। ये जीवन की अवस्था आपां ने प्राप्त करनी। सतगुरु सच्चे पातशाह जी ने ऐसी अवस्था सिख नूं बख्शिश की है। महाराज कहते भाई गुरमुख लाहा लै गए मनमुख चले मूल गवाए जिहड़े गुरु वाल मुख रखते हैं वह संसार तो लाहा लै जाते हैं नहीं तो कहते जिहड़े मन वाल मुख रखते हैं कहते भाई वह मूल ही अपना रब का स्वरूप ही गवा लेंगे। आ शब्द देखो गुरमुख लाहा लै गए मनमुख चले मूल गवाए जी। मनमुख की करता ये देख लो कहते माया मोह मेरा प्रभ कीना आपे भरम भुलाए कहते मनमुख कर्म करे नहीं बूझे कर्म करदे हैं बूझदा नहीं है कि रब करा रहे कहते बिरथा जन्म गवाए कहते गुरबाणी जग में चानन कर्म वसै मना ਜਿਹੜਾ ਗੁਰਬਾਣੀ ਰਾਹੀਂ ਆਪਣੇ ਜੀਵਨ ਵਿੱਚ ਚਾਨਣਾ ਲੈਂਦਾ ਪ੍ਰਕਾਸ਼ ਲੈਂਦਾ ਉਹਨੂੰ ਸਮਝ ਆਉਂਦਾ ਹੈ ਕਿ ਕਰਮ ਜੋ ਆਪਾਂ ਕਰ ਰਹੇ ਹਾਂ ਰੱਬ ਕਰਾ ਰਹੇ ਨੇ। ਐਸੀ ਮਨ ਵਿੱਚ ਉਹ ਕਰਮ ਨੂੰ ਸਿਹਾਰੀ ਲੱਗੀ ਹੈ ਨਾ ਜਿਹੜੀ ਉਹਦਾ ਅਰਥ ਹੈ ਕਿ ਆਪਣੇ ਅੰਦਰ ਰੱਬ ਦੀ ਅਵਸਥਾ ਪ੍ਰਾਪਤ ਹੋ ਰਹੀ ਹੈ ਕਰਮ ਕਰਦੇ ਮੰਨ ਕੇ ਤੂੰ ਕਰਾਣੇ ਜਾ ਕੇ ਜਿੱਥੇ ਆਪਾਂ ਨੂੰ ਫਿਰ ਪਤਾ ਲੱਗਦਾ ਸਭ ਕੁਝ ਕੀਤਾ ਤੇਰਾ ਹੋਵੇ। ਆਪਾਂ ਨੇ ਜੀਵਨ ਜੋ ਵੀ ਕਰਮ ਕੀਤੇ ਨੇ ਆਪਾਂ ਨੇ ਨਹੀਂ ਕੀਤੇ ਰੱਬ ਨੇ ਕਰਾਏ ਨੇ ਤਾਂ ਹੋਏ ਨੇ ਅੱਛੇ ਕੰਮ ਮਾੜੇ ਕੰਮ ਰੱਬ ਨੂੰ ਵਿਸਾਰਨ ਕਰਕੇ ਮਾੜੇ ਕੰਮ ਹੋਏ ਨੇ। ਆਪਾਂ सच्चे पातशाह के शब्द ने महाराज कहते भाई सच्ची बाणी कर्म करे अंदर नाम ते आए जिहड़ा इस तरह ट्रुथफुल कहते भाई बाणी राही कर्म करता है वह निता प्रति रब का नाम ते आ रहा है। आ देखो तो शब्द शुरू हो रहा है कहते जगत अज्ञानी अंध है दूजे भाए कर्म कमाए कहते जीवन जगत ज्ञान ना होने कारण अन्ने रहंदे ने मन करके कहते वो दूजे भाए विच कर्म करते हैं कि मैं कीता दूजा भाव है रब ने कराया करके ये ख्याल नहीं आ रहे। कहते दूजे भाई जेते कर्म करे दुख लगे तन धाए कहते फिर वो तकलीफ होंदी है दुख भोगदा है कहते वह फिर तन बेकार चला जाता बेकार। कहते गुर प्रसादी सुख उपजै जां गुर का शब्द कमाए सच्ची बानी कर्म करे अंदर नाम ते आए। ऐसा नाम जपना सीखी आपां कहते नानक जित आपे लाए तित लगा करना कहे ना कछू ना जाए। कहते रब आप जिथे फिर लाउंदा फिर उधर लगता बंदा जे तां बंदा मन लैंदा फिर महाराज कहते भाई ओनू समझ आउंदी कि रब ने मना लिया तां मैं मन्निया मन होया मेरे जे कहे मैं हाले नहीं मनना जी ਉਹਦਾ अर्थ है कि रब नूं ਉਹਦਾ मन हाले समझ ही नहीं रहा इन्ने छोटे ਜਿਹੇ भाव च खेल है। सो सच्चे पातशाह कहते भाई सच्ची सच करनी शब्द है सार कहते जो तुसी ट्रुथफुल तरीके नाल करोगे थोड़े शब्द तो पता लग जाना कि तुसी कितना सच रब दा कीता क्या है कि रब दे कीते नूं अपना कीता कहता ध्यान रब दा नाम जपिया करदिया होया कि अपना नाम लेंदे ने। महाराज कहते भाई ऐसी अवस्था नूं जानो कहते कोट कर्म करे हों धारे श्रम पावे सगले बिरथारे करोना कर्म करदे हाँ जिहड़ा बंदा हंकार कर जांदा ना उहदी मेहनत कीती सारी बेकार चली जाती बेकार। महाराज कहते जब लग जाने मुझते कछ होए तब इसको सुख नहीं
जब यह जाने मैं किछ करता तब गर्भ चोण मैं फिरता। सो जीवन विच जे तां बंदे ने काम करदिया होया रब नूं ध्याया, मार्ग तैं कराया, तेरा कीता कर्म रब नाल जोड़ लिया, तां समझो रब दा नाम जपन लग गए भाई, वो गुरमुख ने, नहीं तो फिर मनमुखी रहता है। सो सच्चे पातशाह कहते जो जो कर्म किए हों हौमै ते ते भए अजाए। जितने कर्म आप फिर हौमे विच करते हैं, मनमुखताई दे विच करते हैं, वो सारे कर्म फिर बेकार चले जाते। सच्चे पातशाह जी ऐसे शब्द ने, मन बचन कर्म करके कर्म करने पाए। जो मन विच है घट बैठे रब का ध्यान रखना, बचना राਹੀਂ बोलना, कर्म ਉਹਦੇ ਨਾਲ जोड़ना। ऐसी अवस्था नाम जपन की सिख दी होनी चाहिए है। इस क्रिया ਨੂੰ सच्चे पातशाह सानू समझाते हैं, कहते मन बच कर्म जह आप जनाई, नानक तह मत प्रगटी आई। महाराज कहते श्री गुरु साहब सब उपर, मन बच क्रम सेवीए सच्चा। कर्म करदिया होया, बचन बोलदिया होया, मन करके जाणदिया होया ਜਿਹੜਾ ਬੰਦਾ ਰੱਬ ਨੂੰ ਸੇਵਦਾ ਹੈ, ਯਾਨੀ ਸੇਵਾ ਕਰਦਿਆਂ ਹੋਇਆ ਰੱਬ ਨੂੰ ਆਰਾਧਦਾ ਹੈ, ਉਹ ਸੱਚੇ, ਉਹ ਜਾਣੋ ਜੀਵਨ ਦੇ ਵਿੱਚ ਸਹੀ ਤਰੀਕੇ ਨਾਲ ਉਹਨੂੰ ਸੇਵਨਾ ਹੈ, ਉਹ ਸਹੀ ਤਰੀਕੇ ਨਾਲ ਨਾਮ ਜਪਣ ਲੱਗ ਗਿਆ। ਮਾਰ ਕਹਿੰਦੇ ਮਨ ਬਚ ਕਰਮ ਗੋਬਿੰਦ ਆਧਾਰ, ਤਾਂ ਤੇ ਛੁਟਿਓ ਬਿਕ ਸੰਸਾਰ, ਤਾਂ ਤੋਂ ਸੰਸਾਰ ਤੋਂ ਛੁੱਟਿਆ ਜਾਂਦਾ ਹੈ। ਮਹਾਰਾਜ ਦਾ ਸ਼ਬਦ ਹੈ, ਕਹਿੰਦੇ ਮਨ ਬਚ ਕਰਮ ਆਰਾਧੇ ਕਰਤਾ, ਤਿਸ ਨਾਹੀ ਕਦੇ ਸਜਾਈ ਹੈ, ਉਸ ਨੂੰ ਫਿਰ ਕਦੇ ਸਜ਼ਾ ਨਹੀਂ ਮਿਲਦੀ। ऐसे बहुत सारे शब्द ने, कहते मन बच क्रम राम नाम चतारी, घूमन घेर महा अत बिखड़ी, गुरमुख नानक पार उतारी। कहते इस तरह गुरु के गुरु वाल जिहड़ा मुख रखता है, वो फिर मन ते बचन क्रम करदिया होया रमे हुए राम के नाम नूं चितारदा है भाई। सो ऐसे बहुत सारे शब्द ने, फल कारण फूली बन राए, फूल फल लागा तब फूल बिलाए, ज्ञाने कारण कर्म अभ्यास, ज्ञान प्याता कर्म है नास। फिर कर्म ਇਹਦੇ नहीं होंगे, रब दे होंगे, नहीं तो कर्म के चक्कर च बंदा घूमता फिरता है। ऐसे बहुत सारे शब्द ने महाराज, कर्म पेड़ शाखा हरी धर्म फल फल ज्ञान, है ना। सो महाराज के इन्होंने शब्दों को विचारना कि गुरमुख जिहड़े होंदे ने भाई, वो इस अवस्था को प्राप्त करते हैं। गुरमुख लाधा जिहड़े मन वाल मुख रख के तुरते हैं, है ना, कहते भाई वो गवा लेंगे, वो इस जीवन की अवस्था को गवा लेंगे। कहते तुद आप विछोड़िया आप मिलाया, ये मेरे मालिक तू आप विछोड़दा है, आप ही मिला लेना, ये तेरी बख्शिश है। इस अंदर बहुत बड़ी रमज है। जिस वे आप कहना तू तुद आप विछोड़िया, रब तो जिहड़ा दूर तो कोई जाना नहीं चाहता, पर रब की गल मनना नहीं चाहता कोई। जो कोई बंदा रब की गल नहीं मनता, फिर रब नूं अपने आप ही दूर कर दिंदा, दूर कर दिंदा। कहते आप मिलाया, जदों बंदा रब दे नाम जपन लग जाए, रब का नाम लैन लग जाए, कर्म करदे रब नूं एड्रैस करन लग जाए, तो फिर बंदे ने यह नहीं समझना कि मैं करन लग गया, ये समझना है कि मार के तैं याद कराया सी तां याद होया मैनूं, तैं ऐसी सूझी दित्ती तां मैनूं सूझी आई, ये रमज नूं हिरदे च बसाउणा। सो महाराज कहते तुद आप पिछोड़िया आप मिलाया, तू दरियाओ सब तुझ ही माहे। कहते तू जिथे मेरी तेरे विच समाई अवस्था मिटी हुई है, कहते तू दरिया, आए सारे तेरे विच समाए हुए, सारे तेनू गार, आए घट बैठे रब नूं इस प्रभाव दे नाल, विचार दे नाल, इस भरोसे दे नाल, इस समझ दे नाल अपने रोज गाना, रोज गाना। फिर अपना मन घट बैठे रब दे विच समाउंदा रहिंदा, रब की अवस्था अपने अंदर प्राप्त होंदी रहिंदी, ध्याई जांदी। सो महाराज कहते तू दरियाओ सब तुझ ही माहे, तुझ बिन दूजा कोई नाहे। कहते फिर जेड़ा भी बाहर कोई दींदा है, तेथों बिना कोई दूजा नहीं है, क्योंकि जिवें मैं आ मेरे विच जिवें तू वसदा है, सब दे विच तू ही वस रहा है। जे मेरे विचों करा रहा तो मैं कह रहा तू करा रहा, तो आए सब दे विचों कीते नूं मैं तेरा ही कीता ही कहांगा, तेथों बिना कोई दूजा नहीं है। ऐसी अवस्था जीवन दे विच बसेगी सैमल्टेनियसली। जो आप अंदर देखते हैं, ऐसी अवस्था आपां बाहर सब दे अंदर सैमल्टेनियसली प्राप्त होंदी रहनी है। इस अवस्था नूं आपां ने हिरदे च बसाउणा है कि जीवन विच जो आपां अंदर पाउने आ उही बाहर निकलदा है। जो पावे भांडे विच वस्त साह निकले, ध्यान रख। जो आपां ने अंदर देखी है ना, घट बैठे रब की अवस्था कि आए मारक वरतदे ने अपने अंदर। आ शब्द महाराज कहते भाई,
ਕਹਿੰਦੇ ਜਿਨ ਕੀਤੇ ਸੋਈ ਵਿਦ ਜਾਣੈ, ਆਪ ਕਰੇ ਤਾਂ ਹੁਕਮ ਪਛਾਣੈ। ਕਹਿੰਦੇ ਜਿਹਾ ਅੰਦਰ ਪਾਏ ਤਿਹਾ ਵਰਤੇ। ਆਪੇ ਬਾਹਰ ਪਾਵਨੇ, ਫਿਰ ਬਾਹਰ ਉਸ ਤਰ੍ਹਾਂ ਹੀ ਫਿਰ ਆਪਣੇ ਆਪ ਸਮਝ ਆਉਂਦੀ ਹੈ। ਜਿਵੇਂ ਆਪਾਂ ਇਸ ਤਰ੍ਹਾਂ ਕਹਿ ਰਹੇ ਕਿ ਮਾਲਕ ਮੇਰੇ ਅੰਦਰ ਤੂੰ ਕਰਦਾ, ਫਿਰ ਦੂਜੇ ਵਿੱਚੋਂ ਵੀ ਆਪਾਂ ਨੂੰ ਸਮਝ ਆਏਗੀ ਤੇ ਬਾਹਰ ਦੂਜੇ ਵਿੱਚ ਵੀ ਤੂੰ ਹੀ ਕਰ, ਤੇਥੋਂ ਬਿਨਾਂ ਕੋਈ ਦੂਜਾ ਨਹੀਂ ਹੈ। ਐਸੀ ਅਵਸਥਾ ਸਾਨੂੰ ਸਮਝ ਆਏਗੀ। ਕਹਿੰਦੇ ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰ। ਕਹਿੰਦੇ ਦੇਹੀ ਅੰਦਰ ਨਾਮ ਨਿਵਾਸੀ, ਆਪੇ ਕਰਤਾ ਹੈ ਅਬਨਾਸੀ। ਨਾ ਜਿਉ ਮਰੇ ਨਾ ਮਾਰਿਆ ਜਾਈ, ਕਹਿੰਦੇ ਕਰ ਦੇਖੈ ਸ਼ਬਦ ਰਜਾਈ। ਕਹਿੰਦੇ ਆਏ ਜੀਵਨ ਦੇ ਵਿੱਚ ਘੱਟ ਬੈਠੇ ਰੱਬ ਦੇ ਉੱਤੇ ਭਰੋਸਾ ਲੈ ਕੇ ਆਉਣਾ ਜੀ। ਮਹਾਰਾਜ ਕਹਿੰਦੇ ਦੇਹੀ ਅੰਦਰ ਵਸਤ ਪਾਰਾ, ਆਪੇ ਕਪਟ ਖੁਲਾਵਨ ਹਾਰਾ। ਗੁਰਮੁਖ ਸਹਿਜੇ ਅੰਮ੍ਰਿਤ ਪੀਵੇ, ਤ੍ਰਿਸ਼ਨਾ ਅਗਨ ਬੁਝਾ ਹੈ। ਸੋ ਸੱਚੇ ਪਾਤਸ਼ਾਹ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਭਾਈ ਤੁਝ ਬਿਨ ਦੂਜਾ ਨਾਹੀ ਕੋਈ, ਤੇਥੋਂ ਬਿਨਾਂ ਕੋਈ ਦੂਜਾ ਨਹੀਂ ਹੈ। ਸੋ ਸੱਚੇ ਪਾਤਸ਼ਾਹ ਇਸ ਸ਼ਬਦ ਦੇ ਉੱਤੇ ਫਿਰ ਸੁਰਤ ਲੈ ਕੇ ਆਉਣਾ ਜੀ। ਮਹਾਰਾਜ ਕਹਿੰਦੇ ਭਾਈ ਤੁਝ ਬਿਨ ਦੂਜਾ ਨਾਹੀ ਕੋਏ, ਜੀ ਜੰਤ ਸਭ ਤੇਰਾ ਖੇਲ। ਜੀ ਜੰਤ ਸਭ ਤੇਰਾ ਖੇਲ, ਬਿਨ ਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਤਨੇ ਸੰਸਾਰ ਦੇ ਵਿੱਚ ਜੀਅ ਨੇ, ਯਾਨੀ ਜਿਹੜੇ ਜਿਉਂਦੇ ਨੇ, ਜਿਨ੍ਹਾਂ ਨੂੰ ਤਾਂ ਪੈਦਾ ਕੀਤਾ ਹੈ, ਇਹ ਜੰਤ ਰੂਪ ਜਿਹੜੇ ਵੱਜ ਰਹੇ ਨੇ ਸੰਸਾਰ ਦੇ ਵਿੱਚ, ਇਹ ਤੇਰਾ ਹੀ ਖੇਲ ਹੈ, ਤੂੰ ਖੇਲ ਰਿਹਾ। ਜਿਵੇਂ ਤੂੰ ਮੇਰੇ ਵਿੱਚ ਖੇਲ ਰਿਹਾ ਐ ਤੂੰ ਸਭ ਦੇ ਵਿੱਚ ਖੇਲ। ਜੇ ਮੇਰੇ ਵਿੱਚ ਕੀਤੇ ਨੂੰ ਤੇਰਾ ਕੀਤਾ ਮੈਂ ਕਹਿਣਾ, ਐ ਸਭ ਦੇ ਵਿੱਚ ਕੀਤੇ ਨੂੰ ਵੀ ਮੇਰੇ ਮਨ ਨੇ ਤੇਰਾ ਹੀ ਕੀਤਾ ਸਮਝ ਕੇ ਬੋਲਣਾ ਹੈ। ਐਸਾ ਨਾਮ ਜਪਣਾ ਸਿੱਖੀਏ ਜੀ। ਮਹਾਰਾਜ ਕਹਿੰਦੇ ਭਾਈ ਜਿਹੜਾ ਆਏ ਵਿਜੋਗ ਮੇਲ ਵਿਛੜਿਆ ਸੰਜੋਗੀ ਮੇਲ। ਕਹਿੰਦੇ ਆਪਾਂ ਟੁੱਟੇ ਹੋਏ ਸੀ, ਫਿਰ ਰੱਬ ਨੇ ਸਾਨੂੰ ਸਰੀਰ ਦਿੱਤਾ, ਫਿਰ ਆਪਾਂ ਰੱਬ ਦੇ ਗਿਆਨ ਨਾਲ ਹੁਣ ਕਰਕੇ ਫਿਰ ਵਿਛੜ ਜਾਂਦੇ ਹਾਂ। ਕਹਿੰਦੇ ਜਿਸ ਵੇਲੇ ਰੱਬ ਸੰਜੋਗ ਜੋੜਦਾ ਹੈ ਫਿਰ ਆਪਣੇ ਆਪ ਮਿਲਾ ਦਿੰਦਾ ਹੈ। ਧਿਆਨ। ਸੋ ਜੀਵਨ ਦੇ ਵਿੱਚ ਰੱਬ ਤੋਂ ਟੁੱਟਿਆ ਹੋਇਆਂ ਨੂੰ ਮਹਾਰਾਜ ਸਰੀਰ ਦਿੰਦਾ ਹੈ ਤਾਂ ਕਿ ਰੱਬ ਦੇ ਨਾਲ ਰਹਿ ਕੇ ਫਿਰ ਰੱਬ ਨੂੰ ਯਾਦ ਕਰ, ਪਰ ਫਿਰ ਗਿਆਨ ਨਾਲ ਹੁਣ ਕਰਕੇ ਵਿਛੜ ਜਾਂਦਾ ਹੈ, ਵਿਜੋਗ ਕਰਕੇ ਹੀ ਵਿਛੜ ਜਾਂਦਾ। ਮਹਾਰਾਜ ਕਹਿੰਦੇ ਜੇ ਸੰਜੋਗ ਜੁੜ ਜਾਏ, ਮਾਲਕ ਨੇ ਕਿਰਪਾ ਕੀਤੀ ਹੋਵੇ, ਕਹਿੰਦੇ ਫਿਰ ਰੱਬ ਨਾਲ ਮੇਲ ਹੋ ਜਾਂਦਾ। ਸੋ ਉਹਦਾ ਅਰਥ ਸਮਝਣਾ ਕਿ ਜੀਵਨ ਵਿੱਚ ਜਦੋਂ ਆਪਾਂ ਰੱਬ ਤੋਂ ਵਿਜੋਗ ਹੋ ਜਾਂਦਾ ਹੈ, ਵਿਸਰ ਜਾਂਦਾ ਹੈ ਰੱਬ ਤੇ, ਆਪਾਂ ਵਿਛੜੇ ਰਹੇ ਨੇ, ਦੂਰ ਹੀ ਰਹੇ। ਕਹਿੰਦੇ ਜੇ ਸਾਡਾ ਮੇਲ ਹੋ ਰਿਹਾ ਤਾਂ ਸਮਝਾ ਸਾਡੇ ਸੰਜੋਗ ਜਾਗੇ, ਮਾਲਕ ਨੇ ਕਿਰਪਾ ਕੀਤੀ, ਐਸਾ ਸਮਝਣਾ। ਕਹਿੰਦੇ ਜਿਸ ਨੂੰ ਤੂੰ ਜਨਾ ਹੈ ਸੋਈ ਜਨ ਜਾਣੈ। ਹੁਣ ਇੱਥੇ ਤੂੰ ਸ਼ਬਦ ਹੈ, ਤੂੰ ਸ਼ਬਦ ਨਹੀਂ ਹੈ। ਹੁਣ ਮੈਂ ਤੇ ਤੂੰ ਦੇ ਵੀ ਦੋਨਾਂ 'ਚ ਡਿਫਰੈਂਸ ਆ ਗਿਆ, ਧਿਆਨ ਰੱਖਣਾ। ਹੁਣ ਕਹਿੰਦੇ ਭਾਈ ਆਹ ਸ਼ਬਦ ਦੇ ਉੱਤੇ ਬਹੁਤ ਧਿਆਨ ਰੱਖ ਕੇ ਜਦੋਂ ਬੋਲਣਾ ਕਿ ਮੈਂ ਤੇ ਤੂੰ ਹੈ ਨਾ, ਜਿਸ ਨੂੰ ਤੂੰ ਜਨਾਏ ਸੋਈ ਜਨ ਜਾਣ। ਜੇ ਮੈਨੂੰ ਸਮਝ ਆਊਗੀ ਮਾਲਕ ਤੇ ਇੱਥੋਂ ਸਮਝ ਆਉਣੀ। ਇੱਥੇ ਹੁਣ ਟਿੱਪੀ ਨਹੀਂ ਲਾ ਰਹੇ, ਧਿਆਨ ਰੱਖ, ਟਿੱਪੀ ਨਹੀਂ ਲਾ ਰਹੇ। ਹੁਣ ਇਸ ਸ਼ਬਦ ਨੂੰ ਫਿਰ ਵਿਚਾਰ ਕਰਿਓ। ਮਹਾਰਾਜ ਕਹਿੰਦੇ ਭਾਈ ਜਿਸ ਨੂੰ ਤੂੰ ਜਨਾ ਹੈ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ। ਫਿਰ ਉਹ ਸਿਮਿਲਰ ਜਿਵੇਂ ਆਪਣੇ ਅੰਦਰ ਘੱਟ ਬੈਠੇ ਰੱਬ ਨੂੰ ਗਾਉਂਦਾ ਸੀ ਨਾ, ਆਏ ਹਰੇਕ ਵਿੱਚ ਫਿਰ ਰੱਬ ਦੇ ਗੁਣ ਸਦਾ ਹਮੇਸ਼ਾ ਵਾਸਤੇ ਆਖਦਾ, ਯਾਨੀ ਫੀਲ ਕਰਕੇ ਬੋਲਦਾ, ਵਿਖਾਉਂਦਾ ਯਾਨੀ ਐਕਸਪ੍ਰੈਸ ਕਰਦਾ, ਅੱਛੇ ਤਰੀਕੇ ਨਾਲ ਐਕਸਪ੍ਰੈਸ ਕਰਦਾ, ਯਾਨੀ ਆਖ ਕੇ ਵਿਖਾਉਣਾ। ਉਹਦਾ ਅਰਥ ਹੈ ਕਿ ਜਿਵੇਂ ਅੱਖਾਂ ਰਾਹੀਂ ਹੁਣ ਆਪਾਂ ਦੇਖ ਰਹੇ ਹਾਂ ਨਾ, ਆਏ ਅੰਦਰ ਫੀਲ ਕਰ ਰਹੇ, ਜੋ ਵੀ ਚੀਜ਼ ਅੱਖ ਦੇ ਉੱਤੇ ਟਿਕ ਜਾਂਦੀ ਹੈ ਤੇ ਆਪਾਂ ਫੀਲ ਕਰਦੇ ਹਾਂ, ਉਦੋਂ ਫਿਰ ਅੰਦਰ ਜਿੰਨੀ ਜਾਂਦੇ ਫਿਰ ਫੀਲਿੰਗ ਉਹਦੀ ਡੈਪਥ ਵਿੱਚ ਜਾਂਦੀ ਹੈ। ਉਹਨੂੰ ਫੀਲ ਕਰਨ ਨੂੰ ਅਸੀਂ ਅੱਖ ਨਾ ਕਹਿ ਰਹੇ ਹਾਂ, ਅੱਖੀ ਅਸੀਂ ਦੇਖਣਾ ਕਹਿੰਦੇ ਹਾਂ। ਜੇ ਤੁਹਾਡੇ ਆਪਣੇ ਅੱਖਾਂ ਦੇ ਡੇਲੇ ਹੋਣ ਪਰ ਅੰਦਰੋਂ ਫੀਲਿੰਗ ਨਾ ਹੋਵੇ, ਫਿਰ ਬਾਹਰੋਂ ਸਭ ਕੁਝ ਹੁੰਦਿਆਂ ਹੈ ਦਿਖਦਾ ਨਹੀਂ, ਅੱਖਾਂ ਦੇਖ ਨਹੀਂ ਸਕਦਾ। ਅੱਖਾਂ ਦਾ ਜਿਹੜਾ ਬਾਹਰ ਦਿਖਣਾ ਹੈਗਾ, ਅੱਖਾਂ ਦੇ ਅੰਦਰ ਫੀਲਿੰਗ ਦੇ ਉੱਤੇ ਡਿਪੈਂਡ ਕਰਦਾ ਕਿ ਕਿੰਨੀ ਫੀਲ ਕਰਦੀਆਂ ਨੇ। ਧਿਆਨ ਰੱਖ, ਜੇ ਅੰਦਰੋਂ ਫੀਲ ਨਾ ਕਰੇ ਕਲਰ ਬਲਾਈਂਡਨੈਸ ਆ ਜਾਂਦੀ ਹੈ, ਡੇਜ਼ੀ ਜਿਹਾ ਦਿਖਣ ਲੱਗ ਜਾਂਦਾ ਹੈ, ਫਿਰ ਦਿਖਣੋਂ ਹਟ ਜਾਂਦਾ ਹੈ ਨਾ। ਇਹਨੇ ਅੱਖਾਂ ਹੈਗੀਆਂ, ਡੇਲੇ ਹੈਗੇ ਨੇ, ਪਰ ਅੰਦਰੋਂ ਦਿਖਣੋਂ ਹਟ ਜਾ, ਫੀਲ ਕਰਨੋਂ ਹਟ ਗਿਆ। ਸੋ ਜਿੰਨਾ ਤੁਸੀਂ ਫੀਲ ਕਰੋਗੇ ਉਹਨਾਂ ਤੁਸੀਂ ਅੰਦਰ ਦੇਖ ਰਹੇ ਹੋ। ਸੋ ਅੰਦਰਲਾ ਦੇਖਣਾ ਫੀਲਿੰਗ ਦੀ ਡੈਪਥ ਹੈਗੀ ਹੈ ਕਿ ਕਿੰਨਾ ਕੁ ਤੁਸੀਂ ਫੀਲ ਕਰਕੇ ਬੋਲ ਰਹੇ ਹੋ, ਕਿੰਨਾ ਕੁ ਤੁਸੀਂ ਮਹਿਸੂਸ ਕਰਕੇ ਤੁਸੀਂ ਬੋਲ ਰਹੇ ਹੋ। ਜਿੰਨਾ ਬੰਦਾ ਮਹਿਸੂਸ ਕਰਕੇ ਅੰਦਰੋਂ ਬੋਲਦਾ ਹੈ, ਉਹਨਾਂ ਅੱਖੀਂ ਵੇਖ ਰਿਹਾ, ਮਨ ਦੀਆਂ ਅੱਖਾਂ ਨਾਲ ਵੇਖ ਰਿਹਾ, ਨਹੀਂ ਤਾਂ ਮਨ ਦਾ ਅੰਧਾ ਹੈ। ਜਿਹੜਾ ਆਏ ਅੱਖੀਂ ਵੇਖ ਕੇ ਵਿਖਾਣਦਾ, ਐਕਸਪ੍ਰੈਸ ਕਰਦਾ, ਬੋਲਦਾ, ਕਹਿੰਦਾ, ਮਹਾਰਾਜ ਕਹਿੰਦੇ ਭਾਈ ਉਹ ਸਮਝੋ ਰੱਬ ਦਾ ਨਾਮ ਜਪਣ ਲੱਗ ਗਿਆ।
ਸੋ ਮਹਾਰਾਜ ਕਹਿੰਦੇ ਹਰ ਗੁਣ ਸਦ ਹੀ ਆਖ ਬਖਾਨੇ। ਆਪਾਂ ਫਿਰ ਹਰੇਕ ਵਿੱਚ ਰੱਬ ਦੇ ਗੁਣਾਂ ਨੂੰ ਵਰਤਦਿਆਂ ਹੋਇਆਂ ਆਪਾਂ ਫੀਲ ਕਰਦੇ ਹਾਂ, ਮਹਿਸੂਸ ਕਰਦੇ ਹਾਂ, ਵਿਖਾਣਾਂਗੇ, ਬਿਆਨ ਕਰਾਂਗੇ, ਵਰਣਨ ਕਰਾਂਗੇ। ਮਹਾਰਾਜ ਕਹਿੰਦੇ ਭਾਈ ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਜਿਨ੍ਹਾਂ ਨੇ ਐਸਾ ਹਰੇਕ ਵਿੱਚ ਵਸਦੇ ਹੋਏ ਰੱਬ ਨੂੰ ਸੇਵਨਾ ਕੀਤਾ, ਹਰੇਕ ਵਿੱਚ ਵਸਦੇ ਹੋਏ ਰੱਬ ਨੂੰ ਮਹਾਰਾਜ ਕਹਿੰਦੇ ਭਾਈ ਸੇਵਨਾ ਕੀਤਾ। ਸੇਵਨਾ ਦਾ ਅਰਥ ਫਿਰ ਆਪਾਂ ਇੱਥੇ ਪਿਛਲੀ ਵਾਰ ਵੀ ਕਹਿ ਕੇ ਆਏ, ਹੁਣ ਫਿਰ ਵਿਚਾਰ ਰਹੇ ਹਾਂ ਕਿ ਸੇਵਾ ਕਰਦਿਆਂ ਹੋਇਆਂ, ਸੇਵਾ ਸਭ ਨੇ ਕਰਨੀ ਹੈ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਹਰੇਕ ਬੰਦਾ ਇੱਕ ਦੂਜੇ ਦੀ ਸਰਵਿਸ ਕਰ ਰਿਹਾ, ਸੇਵਾ ਕਰ ਰਿਹਾ, ਪਤੀ ਪਤਨੀ ਦੀ, ਪਤਨੀ ਪਤੀ ਦੀ, ਮਾਤਾ ਪਿਤਾ ਦੇ, ਬੱਚੇ ਮਾਤਾ ਪਿਤਾ ਦੇ ਹਨ। ਕਹਿੰਦੇ ਭਾਈ ਆਏ ਆਪਾਂ ਸਮਾਜ ਦੇ, ਸਮਾਜ ਆਪਣਾ, ਹਰੇਕ ਇੱਕ ਦੂਜੇ ਦੀ ਸੇਵਾ ਕਰ ਰਿਹਾ। ਸੇਵਾ ਕਰਦਿਆਂ ਹੋਇਆਂ ਰੱਬ ਨੂੰ ਧਿਆਉਣਾ, ਉਹਨੂੰ ਸੇਵਨਾ ਕਹਿੰਦੇ ਨੇ। ਉਹ ਸੇਵਿਆ ਧਿਆਨ, ਉਹ ਜੀਵਨ 'ਚ ਫਿਰ ਸੁੱਖ ਪਾਉਂਦਾ, ਉਹਨੂੰ ਸੁੱਖ ਮਿਲਦਾ ਹੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਫਿਰ ਸਹਿਜੇ ਹੀ ਇਸ ਤਰ੍ਹਾਂ ਰੋਜ਼ ਕਰਦੇ ਆ, ਕਹਿੰਦੇ ਹਰੇਕ ਵਿੱਚ ਵਸਦੇ ਰੱਬ ਦਾ ਜਿਹੜਾ ਨਾਮ ਹੈ ਨਾ ਆਪਣੇ ਅੰਦਰ ਵਸਣ ਲੱਗ ਜਾਂਦਾ ਹੈ, ਉਸ ਵਿੱਚ ਆਪਾਂ ਸਮਾਉਣ ਲੱਗ ਜਾਂਦਾ, ਨਾਮ ਆਪਣੇ ਅੰਦਰ ਵਸਣ ਲੱਗ ਜਾਂਦਾ ਹੈ। ਐਸਾ ਨਾਮ ਜਪਣਾ ਸਿੱਖੋ ਜੀ, ਐਸਾ ਐਡਰੈਸ ਕਰਨਾ ਸਿੱਖੋ ਜੀ। ਨਾਮ ਦਾ ਅਰਥ ਹੈ ਐਡਰੈਸ ਕਰਨਾ, ਹੈ ਨਾ। ਆਪਾਂ ਦੇਖੋ ਬੰਦੇ ਨੂੰ, ਕਿਸੇ ਬੰਦੇ ਨੂੰ ਬੁਲਾਉਣਾ ਹੋਵੇ, ਕਹਿੰਦੇ ਉਹ ਲਾਲ ਕੱਪੜੇ ਵਾਲਾ ਬੰਦਾ ਭਾਈ ਪੂਰੇ ਆ ਜਾ, ਉਹਦਾ ਅਰਥ ਹੈ ਕਿ ਅਸੀਂ ਆ ਵੀ ਲਾਲ ਕੱਪੜੇ ਕਰਕੇ ਵੀ ਉਹਨੂੰ ਐਡਰੈਸ ਕਰ ਰਹੇ ਹਾਂ। ਅਸੀਂ ਕਹਿੰਦੇ ਭਾਈ ਤੁਹਾਡੇ ਸਿਰ ਤੇ ਜਿਹੜੀ ਪੀਲੀ ਦਸਤਾਰ ਬਣੀ, ਅਸੀਂ ਤੁਹਾਨੂੰ ਬੁਲਾ ਰਹੇ ਹਾਂ, ਇਹ ਵੀ ਰੱਬ ਤੁਸੀਂ ਨਾਮ ਲੈ ਰਹੇ ਹੋ, ਹੈ ਨਾ। ਜਿਹੜਾ ਕਿਸੇ ਵੀ ਪ੍ਰਕਾਰ ਨਾਲ ਜਦੋਂ ਤੁਸੀਂ ਕਿਸੇ ਬੰਦੇ ਨੂੰ ਐਡਰੈਸ ਕਰਦੇ ਹੋ, ਅਸੀਂ ਉਹਦਾ ਨਾਮ ਲੈ ਰਹੇ ਹਾਂ, ਧਿਆਨ ਰੱਖਣਾ। ਜੇ ਉਂਗਲ ਵੀ ਕੀਤੀ ਤਾਂ ਵੀ ਨਾਮ ਲੈ ਰਹੇ ਹੋ ਤੁਸੀਂ ਉਸਦੇ ਪ੍ਰਤੀ। ਸੋ ਆਏ ਹਰੇਕ ਵਿੱਚ ਵਸਦੇ ਰੱਬ ਦਾ ਨਾਮ ਲੈਣਾ ਸਿੱਖੀਏ, ਐਡਰੈਸ ਕਰਨਾ ਸਿੱਖੀਏ। ਫਿਰ ਕਹਿੰਦੇ ਜਿਹੜਾ ਇਸ ਗੱਲ ਨੂੰ ਸਮਝੇਗਾ ਉਹ ਫਿਰ ਸਹਿਜੇ ਹੀ ਹਰੇਕ ਵਿੱਚ ਵਸਦੇ ਰੱਬ ਦਾ ਨਾਮ ਵਿੱਚ, ਨਾਮ ਉਹਦੇ ਅੰਦਰ ਸਮਾਉਣ ਲੱਗ ਜਾਂਦਾ, ਵਸਣ ਲੱਗ ਜਾਂਦਾ। ਐਸਾ ਨਾਮ ਲੈਣਾ ਸਿੱਖੋ ਜੀ। ਸੋ ਮਹਾਰਾਜ ਕਹਿੰਦੇ ਹਨ ਭਾਈ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਹੁਣ ਘੱਟ ਬੈਠੇ ਰੱਬ ਨੂੰ ਤੂੰ ਕਹਿ ਰਹੇ ਹਾਂ ਬਿਨਾਂ ਟਿੱਪੀ ਤੋਂ, ਹੈ ਨਾ। ਇਹ ਧਿਆਨ ਰੱਖਣਾ, ਨਹੀਂ ਤਾਂ ਅਸੀਂ ਜਿਸ ਵੇਲੇ ਬਾਣੀ ਪੜ੍ਹਦੇ ਹੁੰਦੇ ਹਾਂ ਤੂੰ ਤੇ ਤੂੰ ਦੇ ਵਿੱਚ ਫਰਕ ਹੀ ਨਹੀਂ ਰੱਖ ਰਹੇ, ਸਮਝਦਾ ਹੀ ਨਹੀਂ ਮਨ, ਹਰੇਕ ਜਗ੍ਹਾ ਤੂੰ 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 ਹੀ ਕਰੀ ਜਾਂਦਾ। ਬਹੁਤ ਸਾਰੇ ਬੰਦੇ ਕਹਿੰਦੇ ਇੱਥੇ ਟਿੱਪੀ ਵੀ ਆਪੇ ਲਾ ਲਓ, ਬਿੰਦੀ ਵੀ ਆਪੇ ਲਾ ਲਓ। ਨਹੀਂ ਲਾਉਣੀ, ਸ਼ਬਦ ਨੂੰ ਸਮਝਣਾ, ਜਿੱਥੇ ਜੋ ਲਿਖਿਆ ਪਹਿਲਾਂ ਉਹਨੂੰ ਸਮਝੋ, ਫਿਰ ਉਹ ਸ਼ਬਦ ਤੁਹਾਨੂੰ ਦੱਸੇਗਾ ਕਿ ਕੀ ਕਹਿਣਾ ਚਾਹ ਰਿਹਾ ਆਪਾਂ ਨੂੰ। ਕਹਿੰਦੇ ਤੂੰ ਆਪੇ ਕਰਤਾ, ਘੱਟ ਬੈਠੇ ਰੱਬ ਨੂੰ ਕਹਿ ਰਿਹਾ ਇਹ ਮੇਰੇ ਮਨਾ, ਇਹ ਤੇਰਾ ਜਿਹੜੇ ਅੰਦਰ ਰੱਬ ਵਸਦਾ ਨਾ, ਇਹ ਆਪੇ ਕਰਤਾ, ਇਹਦਾ ਕੀਤਾ ਹੁੰਦਾ ਸਭ ਕੁਛ, ਤੂੰ ਨਾ ਕਰਤਾ ਬਣ ਜੀ ਕਿਤੇ। ਤੇਰਾ ਕੀਆ ਸਭ ਹੋਏ, ਤੇਰਾ ਕੀਤਾ ਸਭ ਕੁਛ ਹੁੰਦਾ ਮੇਰੇ ਮਾਲਕ, ਘੱਟ ਬੈਠੇ ਮਾਲਕ ਤੇਰਾ ਕੀਤਾ ਹੁੰਦਾ। ਕਹਿੰਦੇ ਤੁਧ ਬਿਨ ਦੂਜਾ ਅਵਰ ਨਾ ਕੋਏ, ਤੇਥੋਂ ਬਿਨਾ ਕੋਈ ਦੂਜਾ ਨਹੀਂ ਕਰਦਾ। ਹੁਣ ਇਹ ਬਾਹਰ ਸਭ ਦੇ ਉੱਤੇ ਬੋਲ ਰਿਹਾ ਹੈ ਨਾ, ਬਾਹਰ ਹਰੇਕ ਵਿੱਚੋਂ ਜੋ ਕੋਈ ਕਰ ਰਿਹਾ ਕੋਈ ਦੂਜਾ ਨਹੀਂ ਕਰ ਰਿਹਾ, ਤੂੰ ਕਰ ਰਿਹਾ, ਤੂੰ ਕਰ ਰਿਹਾ। ਐਂ ਘੱਟ ਬੈਠੇ ਰੱਬ ਨੂੰ ਸਮਝਾਉਣ ਦੀ ਮਹਾਰਾਜ ਬਾਣੀ ਰਾਹੀਂ ਕੋਸ਼ਿਸ਼ ਕਰ ਰਹੇ ਨੇ ਸਾਨੂੰ, ਸਾਡੇ ਮਨਾਂ ਨੂੰ। ਮਹਾਰਾਜ ਤੁਧ ਬਿਨ ਦੂਜਾ ਅਵਰ ਨਾ ਕੋਏ, ਜੇ ਮਾਤਾ ਵਿੱਚੋਂ, ਪਿਤਾ ਵਿੱਚੋਂ, ਭੈਣ ਭਾਈਆਂ ਵਿੱਚੋਂ, ਪਤੀ ਪਤਨੀ ਵਿੱਚੋਂ, ਮਿੱਤਰਾਂ ਵਿੱਚੋਂ, ਸਮਾਜ ਵਿੱਚੋਂ ਕੋਈ ਕਰ ਰਿਹਾ ਤੇ ਤੂੰ ਕਰ ਰਿਹਾ, ਤੇਥੋਂ ਬਿਨਾਂ ਕੋਈ ਦੂਜਾ ਨਹੀਂ ਹੈ। ਕਹਿੰਦੇ ਤੇਥੋਂ ਬਿਨਾਂ ਦੂਜਾ ਕੋਈ। ਕਹਿੰਦੇ ਭਾਈ ਕਹਿੰਦੇ ਤੂੰ ਕਰ ਕਰ ਵੇਖੈ ਜਾਣੈ ਸੋਏ, ਤੂੰ ਆਪ ਕਰ ਕਰਕੇ ਵੇਖਦਾ ਹੈ ਤੇ ਜਾਣਦਾ ਤੂੰ ਆਪ ਹੈ, ਤੇਥੋਂ ਬਿਨਾਂ ਕੌਣ ਜਾਣ ਸਕਦਾ। ਕਹਿੰਦੇ ਭਾਈ ਸਭ ਦੇ ਵਿੱਚੋਂ ਜੇ ਕੀਤਾ ਹੋ ਰਿਹਾ ਤੇ ਤੂੰ ਆਪ ਕਰਕੇ ਵੇਖ ਰਿਹਾ, ਆਪ ਧਿਆਨ ਰੱਖ, ਤੇ ਸਾਨੂੰ ਵਿਖਾ ਰਿਹਾ ਕਿ ਤੂੰ ਕੋਈ ਕਰ ਰਿਹਾ, ਬਾਣੀ ਰਾਹੀਂ ਸਮਝਾ ਰਹੇ ਸਾਨੂੰ। ਕਹਿੰਦੇ ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਕਹਿੰਦੇ ਆਏ ਜਨ ਨਾਨਕ, ਸੇਵਕ ਨਾਨਕ, ਧਿਆਨ। ਚੌਥੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਗੁਰੂ ਦੇ ਗੁਰ ਵੱਲ ਮੁਖ ਰੱਖਦਾ ਹੈ, ਕਹਿੰਦੇ ਪ੍ਰਗਟ ਉਹ ਹੋ ਜਾਂਦਾ ਭਾਈ, ਆਖੋ ਸਤਨਾਮ। ਯਾਨੀ ਪ੍ਰਗਟ ਗੁਰਮੁਖ ਹੁੰਦਾ ਹੈ, ਕਰਦਾ ਤੂੰ ਹੈ, ਕੀਤਾ ਤੇਰਾ ਹੁੰਦਾ ਹੈ। ਸੋ ਦੁਨੀਆ ਦੇ ਵਿੱਚ ਜਿਤਨੇ ਵੀ ਮਨੁੱਖ ਨੇ, ਧਿਆਨ ਰੱਖਿਓ, ਜਿਤਨੇ ਵੀ ਮਨੁੱਖ ਨੇ ਸਭ ਦੇ ਵਿੱਚ ਕਰਦਾ ਤੂੰ ਹੈ, ਤੇਰਾ ਕੀਤਾ ਹੁੰਦਾ ਹੈ, ਤੇਥੋਂ ਬਿਨਾਂ ਕੋਈ ਦੂਜਾ ਨਹੀਂ ਕਰ ਸਕਦਾ। ਆਏ ਇਸ ਸ਼ਬਦ ਰਾਹੀਂ ਆਪਣੇ ਮਨ ਨੂੰ ਪਹਿਲਾਂ ਬਾਰ-ਬਾਰ ਪੜ੍ਹ ਕੇ ਸਮਝਾਓ, ਮਨ ਨੂੰ ਸਮਝਾਉਣਾ ਪੈਣਾ। ਸੋ ਸਾਡੇ ਕੋਲ ਦੋ ਹੀ ਕਲਾਸੀਫਿਕੇਸ਼ਨਾਂ ਨੇ, ਇੱਕ ਗੁਰਮੁਖ ਦੀ ਹੈ, ਦੂਜੀ ਮਨਮੁਖ ਦੀ ਹੈ। ਸੋ ਇਸ ਗੱਲ ਨੂੰ ਵਿਚਾਰਿਓ ਕਿ ਅਸੀਂ ਇਸ ਕਲਾਸੀਫਿਕੇਸ਼ਨ ਨੂੰ ਪਹਿਲਾਂ ਸਮਝੀਏ ਕਿ ਸਾਡੇ ਅੰਦਰ ਗੁਰਮੁਖਤਾ ਹੀ ਹੈ ਕਿ ਸਾਡਾ ਮਨ
मनमुखता ही ते। महाराज कहते मनमुख सूता माया मोह प्यार गुरमुख जागे गुण ज्ञान विचार। कहते सेजन जागे जिन नाम प्यार सहजे जागे सवे ना कोई पूरे गुरते बूझे जन कोई। सो गुर वाल मुख रखना भाई, इस तो बूझना गुरमुख नाम ध्याइए मुख बूझ ना पाए। गुरमुख सदा मुख उजले हर वसिया मन आए सहजे ही सुख पाइए सहजे रहे समाए। सो सच्चे पातशाह सानू कहंदे भाई बलिहारी गुर आपने सदा सदा घुम वारिया। चौथे पातशाह का शब्द है पौड़ी की वार विच कहते भाई बलिहारी गुर आपने सदा सदा घुम वारिया गुरमुख जीता मनमुख हारिया। सो गुर वाल मुख रखना वो जितदा है, नहीं तो मनमुख भुगदा ही रहता। सच्चे पातशाह कहते भाई कहे तू आपे गुरमुख मुक्त कराए तू आपे मनमुख जन्म पवाए। मनमुख जे भवदे ने ये भी तू भवाना ता भवदे ने, तो भवना थोड़ी चाहता है ना। बंदा जे किते रब नाल मिलता है तो रब तू मिलाना ता मिल नहीं सकता। सो महाराज कहते गुरमुख सुखिया मनमुख दुखिया गुरमुख सन्मुख मनमुख बेमुखिया। गुरमुख मिलिए मनमुख विछड़े गुरमुख विद प्रगटाए जी। सो ऐसी अवस्था कहने प्रगट होने की गुरमुखां की महाराज ने इस दसी है। बाणी के विचार अज इतने ही प्रवान करिए। सतगुरु सच्चे पातशाह का हुण 2 शब्द रह गए ने, इन्हों आपां कल नूं विचारांगे। सो अज तू करता दे शब्द नूं बार बार पढ़ियो, इहनूं विचारियो कि महाराज सानू अंदर ते बाहर दोहां दा किवें इस शब्द राहीं ज्ञान दिंदे ने, ताकि जिस वेले आपां शब्द नूं पढ़ीए इस शब्द नाल अपने अंदर सुरत नूं जोड़ सकीए। आओ एक बार शब्द नूं पढ़ के फिर समाप्त करिए। आसा महला चौथा तू करता सचियार मैडा साई जो तो भावै सोई थीसी जो तू देह सोई हाँ पाई रहाओ। सब तेरी तू सबनी ध्याया जिसनू कृपा करे तिन नाम रतन पाया। गुरमुख लाधा मनमुख गवाया तुद आप बिछोड़िया आप मिलाया। तू दरियाओ सब तुझी माहे तुझ बिन दूजा कोई नाहे। जीव जंत सब तेरा खेल बिन जोग बिन विछड़िया संजोगी मेल। जिसनू तू जनाहे सोई जन जाने हर गुण सद ही आख वखाने। जिन हर सेव्या तिन सहजे ही हर नाम समाया। तू आपे करता तेरा किया सब होए तुद बिन दूजा अवर न कोए। तू कर कर वेखै जाने सोए जन नानक गुरमुख प्रगट होए। सो बाणी जी की विचार करते हैं। अनेकों प्रकार दी गलतियां बेअदबियां त्रुटियां रह गई हाँ जी। अनजान बच्चे समझ के माफ़ करना। संगत ते सतगुरु सच्चे पातशाह बख्शण योग हैं। आओ अंतला शब्द पढ़ के समाप्त करिए। हे अच्युत हे पार ब्रह्म अविनाशी अविनाश हे पूर्ण हे सर्वमैद भंजन गुणतास। हे संगी हे निरंकार हे निर्गुण सब टेक। हे गोविंद हे गुण निधान जाकै सदा विवेक। हे परम्पर हर हरे है भी हो मनहार। हे संतां कै सदा संग निधारा आधार। हे ठाकुर हूँ दासरो मैं निर्गुण गुण नहीं कोय। नानक दीजै नाम दान राखो हिय परोए। नानक दीजै नाम दान राखो हिय परोए। वाहिगुरु जी का खालसा वाहिगुरु जी की फतेह।